सतनाम वाहिगुरु साहिब जी। जे हाँ जाना आखा नाही, कहना कथन न जाय। गुरा एक देह बुझाय, सबना जिया का एक दाता। सो मैं बिसर न जाय। सतनाम वाहिगुरु साहिब जी। सलोक। मन साचा मुख साचा सोए, अवर न पेखै एकस बिन कोए। नानक एह लक्षण ब्रह्म ज्ञानी होए। वाहिगुरु जी का खालसा वाहिगुरु जी की फतेह। परम सन्मानयोग धन सतगुरु गुरु ग्रंथ साहिब जी महाराज जियां दे पावन चरनां विच सुभाईमान होए बैठे गुरमुख प्यारे सत संगी जनों, आप जी अति वडभागे हो जो कि नित कर्म अनुसार सतगुरां दे चरनां विच हाज़रियां भर के सतगुरु जी वालों बख्शिया होया अमोलक मनुखा जन्म सफल करन दा सफल यतन कर रहे हो। लड़ीवार चल रही श्री सुखमनी साहिब जी की व्याख्या गुरु साहिब जी की कृपा नाल आप जी सरवण कर रहे हो। अज आपाने 8वीं अष्टपदी दे विचार गुरु साहिब जी की कृपा नाल साझी करनी है। सतगुरु जी पहला सलोक विच बख्शिश कर रहे हैं। सलोक मन साचा मुख साचा सोए। जिस मनुख दे मन दे विच भी परमात्मा है, मुख दे विच भी परमात्मा की सिफत है, अवर न पेख है। वो वाहिगुरु अकाल पुरख तो बिना होर किसे नूं नहीं देखदा। अवर न पेखा एकस बिन कोए, नानक ये लक्षण ब्रह्म ज्ञानी है। ज्ञानी का कोशां दे विच अर्थ आया कि जानना, पर जिस वेले मनुख परमात्मा अकाल पुरख की कृपा दे नाल इस अवस्था ते पहुंचदा, जिहड़ी आपां इस अष्टपदी दे विच सरवण करांगे, उत्थे फिर जानण वाली गल नहीं है, जानकारी नहीं है, ज्ञान होना जानकारी नहीं। उत्थे ज्ञान है मानना। एक मिक हो गया परमात्मा दे नाल। मन साचा मुख साचा सोए, अवर न पेखा एकस बिन कोई, नानक ये लक्षण ब्रह्म ज्ञानी है। मानना है, ये प्राप्ति है। लक्षण कहते गुणा का कारण जिहड़ा है, ब्रह्म ज्ञानी के गुणा का कारण जिहड़ा है वो सतगुरु ने इत्थे बयान किया है। वो किहड़ा जीवन है गुरु महाराज जी ने स्पष्ट कर दिता। कहते एक मिक हो जाता है। अब तो जाए चढ़े संघासन, मिले हैं सारंग पानी। राम कबीरा एक पै है, कोई ना सके पछाण। ਉਹਦੇ ਵਿੱਚ ਤੇ परमात्मा ਦੇ ਵਿੱਚ कोई अंतर नहीं रहिंदा। ਤੇ ਅੱਗੇ गुरु साहब महाराज अष्टपदी ਵਿੱਚ बख्शिश कर रहे हैं। अष्टपदी ब्रह्म ज्ञानी सदा निर्लेप। जिहड़ा ब्रह्म ज्ञानी है वो सदा ही निर्लेप रहिंदा है। किस तरह रहिंदा है? साहब कहते जैसे जल में कमल आलेप,
ਚਿੱਕੜ ਦੇ ਵਿੱਚ ਵੀ ਕਮਲ ਦਾ ਫੁੱਲ ਜਿਹੜਾ ਹੈ ਉਹ ਆਪਣੇ ਆਪ ਨੂੰ ਗੰਦਾ ਨਹੀਂ ਹੋਣ ਦਿੰਦਾ, ਰਹਿੰਦਾ ਸੰਸਾਰ ਦੇ ਵਿੱਚ ਹੈ ਪਰ ਨਿਰਲੇਪ ਹੋ ਜਾਂਦਾ। ਬ੍ਰਹਮ ਗਿਆਨੀ ਸਦਾ ਨਿਰਦੋਖ ਹੋ ਜਾਂਦਾ ਹੈ, ਦੋਖਾਂ ਤੋਂ ਰਹਿਤ ਹੋ ਜਾਂਦਾ ਹੈ। ਉਹ ਪ੍ਰਮਾਤਮਾ ਨੂੰ ਜਪ ਜਪ ਕੇ ਆਪਣੇ ਅੰਦਰੋਂ ਦੋਖ ਖਤਮ ਕਰ ਲੈਂਦਾ ਹੈ। ਕਿਸ ਤਰ੍ਹਾਂ ਕਰਦਾ? ਜੈਸੇ ਸੂਰ ਸਰਬ ਕੋ ਸੋਖ, ਜਿਸ ਤਰ੍ਹਾਂ ਸੂਰਜ ਜਿਹੜਾ ਹੈ ਸਭ ਕੁਝ ਸੁਕਾ ਦਿੰਦਾ ਹੈ, ਜਿਸ ਤਰ੍ਹਾਂ ਕੱਪੜੇ ਦੇ ਵਿੱਚੋਂ ਪਾਣੀ ਨੂੰ ਵੀ ਸੁਕਾ ਦਿੰਦਾ ਹੈ, ਇਸ ਤਰ੍ਹਾਂ ਪ੍ਰਭੂ ਦੀ ਜਿਹੜੀ ਭਗਤੀ ਹੈ ਉਹ ਮਨੁੱਖ ਦੇ ਅੰਦਰੋਂ ਪਾਪਾਂ ਨੂੰ ਸੁਕਾ ਦਿੰਦੀ ਹੈ, ਖਤਮ ਕਰ ਦਿੰਦੀ, ਔਗਣਾਂ ਨੂੰ ਖਤਮ ਕਰ ਦਿੰਦੀ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਉਹਦੀ ਦ੍ਰਿਸ਼ਟੀ ਵਿੱਚ ਸਮਾਨਤਾ ਹੈ, ਕੋਈ ਉੱਚਾ ਕੋਈ ਨੀਵਾਂ, ਜੋ ਚੰਗਾ ਜਾਂ ਬੁਰਾ ਕੋਈ ਨਹੀਂ ਹੈ, ਇੱਕੋ ਜਿਹਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਉਦਾਹਰਣ ਗੁਰੂ ਅਰਜਨ ਸਾਹਿਬ ਦੇ ਰਹੇ, ਕਹਿੰਦੇ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਹਵਾ ਚੱਲਦੀ ਹੈ ਨਾ, ਰਾਜੇ ਤੇ ਰੰਗ ਵਾਸਤੇ ਇੱਕੋ ਜਿਹੀ ਚੱਲਦੀ ਹੈ, ਬਰਾਬਰ ਚੱਲਦੀ ਹੈ। ਬ੍ਰਹਮ ਗਿਆਨੀ ਕਾ ਧੀਰਜ ਏਕ, ਉਹਦੇ ਅੰਦਰ ਇੰਨਾ ਧੀਰਜ ਹੈ। ਕਿੰਨਾ ਧੀਰਜ ਹੈ? ਕਹਿੰਦੇ ਜਿਸ ਤਰ੍ਹਾਂ ਹੁਣ ਧਰਤੀ ਹੈ ਨਾ, ਧਰਤੀ ਦੇ ਵਿੱਚ ਕਿੰਨਾ ਧੀਰਜ ਹੈ। ਉਹਨੂੰ ਕੋਈ ਚੰਦਨ ਦਾ ਲੇਪ ਕਰ ਦੇਵੇ ਧਰਤੀ ਨੂੰ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਕੋਈ ਧਰਤੀ ਨੂੰ ਪੁੱਟੀ ਜਾਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਖੱਡੇ ਕਰਦੇ ਕੋਈ ਫਰਕ ਨਹੀਂ ਪੈਂਦਾ। ਜੋ ਵਸੂਦਾ ਕਉ ਖੋਦੈ ਕਉ ਚੰਦਨ ਲੇਪ, ਕੋਈ ਖੋਦਦਾ ਕੋਈ ਉੱਪਰ ਲੇਪ ਕਰ ਦਿੰਦਾ, ਧਰਤੀ ਨੂੰ ਕੋਈ ਫਰਕ ਨਹੀਂ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਕਹਿੰਦੇ ਬ੍ਰਹਮ ਗਿਆਨੀ ਦੇ ਵਿੱਚ ਇਹ ਬਹੁਤ ਵੱਡਾ ਗੁਣ ਹੈ। ਨਾਨਕ ਜਿਉ ਪਾਵਕ ਕਾ ਸਹਿਜ ਸੁਭਾਓ, ਜਿਸ ਤਰ੍ਹਾਂ ਸਹਿਜ ਹੀ ਸੁਭਾਅ, ਅੱਗ ਦਾ ਜਿਹੜਾ ਸੁਭਾਅ ਹੈ, ਅੱਗ ਜਿਹੜੀ ਹੈ ਕੋਈ ਵੀ ਚੀਜ਼ ਆ ਉਹਦੀ ਮੈਲ ਨੂੰ ਸਾੜ ਦਿੰਦੀ ਹੈ, ਤੇ ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਕੋਲ ਆਉਂਦਾ ਹੈ ਤੇ ਉਹਦੇ ਔਗਣਾਂ ਨੂੰ ਸਾੜ ਦਿੰਦਾ ਹੈ। ਇਹ ਅਵਸਥਾ ਦਾ ਨਾਮ ਦੱਸਿਆ ਗੁਰੂ ਸਾਹਿਬ ਜੀ। ਕੱਪੜਿਆਂ ਦਾ ਨਾਮ ਬ੍ਰਹਮ ਗਿਆਨੀ ਨਹੀਂ ਹੈ, ਕਿਸੇ ਸੰਸਥਾ ਦਾ ਨਾਮ ਬ੍ਰਹਮ ਗਿਆਨੀ ਨਹੀਂ ਹੈ। ਬ੍ਰਹਮ ਗਿਆਨੀ ਤਾਂ ਉਹ ਹੈ ਜਿਹੜਾ ਇੱਕਮਿਕ ਹੋ ਗਿਆ। ਅੱਗੇ ਸਭ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਉਹ ਪਵਿੱਤਰ ਤੋਂ ਪਵਿੱਤਰ ਹੈ। ਜੈਸੇ ਮੈਲ ਨਾ ਲਾਗੇ ਜਲਾ, ਹੁਣ ਜਲ ਨੂੰ ਮੈਲ ਥੋੜੇ ਲੱਗਦੀ ਹੈ। ਪਾਣੀ ਜਿੰਨਾ ਮਰਜ਼ੀ ਗੰਦਾ ਹੋਵੇ ਉਹਦੇ ਵਿੱਚ ਗੁੰਜਾਇਸ਼ ਹੈ ਕਿ ਉਹ ਸਾਫ਼ ਕੀਤਾ ਜਾ ਸਕਦਾ ਹੈ, ਪਾਣੀ ਫਿਰ ਉੱਦਾਂ ਦਾ ਹੋ ਜਾਏਗਾ। ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਕਾਸ਼, ਉਹਨੂੰ ਇਹ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ, ਗਿਆਨ ਹੋ ਜਾਂਦਾ ਹੈ। ਕਿਹੜਾ ਗਿਆਨ ਹੋ ਜਾਂਦਾ? ਜੈਸੇ ਧਰ ਉੱਪਰ ਆਕਾਸ਼, ਕਿ ਇਹ ਜਿੰਨਾ ਵੀ ਕੁਛ ਹੈ ਦੁਨੀਆ ਦੇ ਵਿੱਚ ਪਰਮਾਤਮਾ ਦੇ ਸਹਾਰੇ ਹੈ। ਭਾਵੇਂ ਕੋਈ ਧਰਤੀ ਆਕਾਸ਼ ਹੈ, ਸਭ ਕੁਝ ਪਰਮਾਤਮਾ ਦੇ ਸਹਾਰੇ। ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ, ਭਾਵੇਂ ਕੋਈ ਸ਼ਤਰੂ ਹੈ ਕੋਈ ਮਿੱਤਰ ਹੈ, ਉਹਦੇ ਵਾਸਤੇ ਇੱਕੋ ਹੀ ਹੈ। ਬ੍ਰਹਮ ਗਿਆਨੀ ਕਾ ਨਾਹੀ ਅਭਿਮਾਨ, ਉਹਦੇ ਅੰਦਰ ਹੰਕਾਰ ਨਹੀਂ ਹੈ। ਬ੍ਰਹਮ ਗਿਆਨੀ ਊਚ ਤੇ ਉੱਚਾ, ਬੜੀ ਉਹਦੀ ਉੱਚੀ ਅਵਸਥਾ ਹੈ। ਕਿਸ ਕਰਕੇ ਅਵਸਥਾ ਉਹਦੀ ਉੱਚੀ ਹੈ? ਮਨ ਆਪਣੇ ਹੈ ਸਭ ਤੇ ਨੀਚਾ, ਉਹਨੇ ਆਪਣੇ ਆਪ ਨੂੰ ਨੀਵਾਂ ਕਰ ਲਿਆ, ਮਨ ਕਰਕੇ ਨੀਵਾਂ ਕਰ ਲਿਆ ਹੈ। ਬ੍ਰਹਮ ਗਿਆਨੀ ਇਹ ਕੋਈ ਸੰਸਥਾ ਨਹੀਂ ਬਣਾਉਂਦੀ। ਬ੍ਰਹਮ ਗਿਆਨੀ ਇਹ ਕਿਸੇ ਦਾ ਥਾਪਿਆ ਹੋਇਆ ਨਹੀਂ ਬਣਦਾ, ਕਿਸੇ ਦੀ ਗੱਦੀ ਤੇ ਨਹੀਂ ਬੈਠਦਾ। ਇਹਨੂੰ ਕੌਣ ਬਣਾਉਂਦਾ ਹੈ? ਕਹਿੰਦੇ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ, ਜਿਨ ਪ੍ਰਭ ਆਪ ਕਰੇ, ਜਿਨ੍ਹਾਂ ਨੂੰ ਆਪ ਪਰਮਾਤਮਾ ਕਿਰਪਾ ਕਰਦਾ ਹੈ ਉਹ ਇਸ ਅਵਸਥਾ ਤੇ ਪਹੁੰਚ ਜਾਂਦੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਉਹ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦਾ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ, ਉਹ ਆਪਣੇ ਅੰਦਰ ਆਤਮਕ ਰਸ ਨੂੰ ਲੱਭਣ ਦਾ ਯਤਨ ਕਰਦਾ ਹੈ। ਬ੍ਰਹਮ ਗਿਆਨੀ ਕੀ ਸਭ ਉਪਰ ਮਿਆ, ਉਹਦੀ ਸਾਰਿਆਂ ਦੇ ਉੱਪਰ ਕਿਰਪਾ ਹੈ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ, ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ, ਨਾ ਉਹਦੇ ਕੋਲੋਂ ਹੁੰਦਾ ਹੈ। ਕਹਿੰਦੇ ਹਨ ਇੱਕ ਮਹਾਪੁਰਸ਼ੀ ਸਾਧੂ ਸੀ,
ਉਹ ਜਾ ਰਹੇ ਸੀ ਤੇ 3-4 ਚੋਰ ਮਿਲ ਗਏ ਤੇ ਚੋਰਾਂ ਨੇ ਪੁੱਛਿਆ ਤੂੰ ਕੌਣ ਹੈ? ਉਹ ਕਹਿੰਦਾ ਮੈਂ ਤੁਹਾਡਾ ਹੀ ਭਰਾ ਹਾਂ, ਮੈਂ ਤੁਹਾਡਾ ਹੀ ਭਰਾ ਹਾਂ। ਉਹਨਾਂ ਨੇ ਸੋਚਿਆ ਵੀ ਇਹ ਵੀ ਚੋਰ ਹੀ ਹੈ, ਵੀ ਕਹਿ ਰਿਹਾ ਵੀ ਤੁਹਾਡਾ ਹੀ ਭਰਾ ਹਾਂ, ਚੱਲ ਫਿਰ ਆਪਾਂ ਚੋਰੀ ਕਰਨ ਚੱਲੀਏ। ਉਹ ਵੀ ਤੁਰ ਪਿਆ, ਨਾਲੇ ਚੱਲ ਗਿਆ ਸਾਧੂ, ਕਿਉਂਕਿ ਅੰਦਰ ਮਹਿਲ ਨਹੀਂ ਹੈ, ਨਾ ਚਲਾਕੀ ਉਹ ਚਤਰਾਈ ਹੈ। ਚੋਰੀ ਕਰਨ ਗਏ, ਕੰਧਾਂ ਟੱਪੀਆਂ, ਇੱਕ ਘਰ ਦੇ ਵਿੱਚ ਵੜ ਗਏ, ਉਹ ਵੀ ਚਲਾ ਗਿਆ ਨਾਲੇ। ਉਹ ਕਿਸੇ ਬਜ਼ੁਰਗ ਮਾਤਾ ਵਿਧਵਾ ਦਾ ਘਰ ਸੀ, ਇਕੱਲੀ ਰਹਿੰਦੀ ਸੀ। ਸਾਰਾ ਘਰ ਛਾਣ ਮਾਰਿਆ, ਸੁੱਤੀ ਪਈ ਸੀ, ਕੁਛ ਵੀ ਨਹੀਂ ਮਿਲਿਆ। ਹੁਣ ਜਿਹੜਾ ਚੋਰੀ ਦਾ ਸਮਾਨ, ਪਹਿਲਾ ਚੋਰੀ ਦਾ ਸਮਾਨ ਸੀ, ਉਹ ਸਾਧੂ ਨੂੰ ਪਕੜਾਇਆ ਹੋਇਆ ਸੀ ਚੋਰਾਂ ਨੇ। ਹੁਣ ਜਿਸ ਵੇਲੇ ਵਾਪਸ ਆਏ, ਖੁੱਲੀ ਜਗ੍ਹਾ ਤੇ ਬਹਿ ਕੇ ਆ ਕੇ ਕਹਿੰਦੇ ਅੱਜ ਤਾਂ ਟਾਈਮ ਖਰਾਬ ਹੋ ਗਿਆ, ਸਮਾਂ ਹੀ ਖਰਾਬ ਹੋ ਗਿਆ। ਕਿਸੇ ਨੇ ਦੱਸਿਆ ਸੀ ਵੀ ਉਹਦੇ ਘਰ ਬਹੁਤ ਧਨ ਰੱਖਿਆ ਵਾ। ਕਹਿੰਦੇ ਚਲੋ ਕੋਈ ਗੱਲ ਨਹੀਂ, ਕੱਲ ਦੇਖਾਂਗੇ, ਕੱਲ ਹੋਰ ਰਾਤ ਨੂੰ ਹੋਰ ਕਿਸੇ ਦਾ ਘਰ ਦੇਖਾਂਗੇ। ਲਿਆ ਭਾਈ ਸਾਡਾ ਸਮਾਨ ਦੇ ਦੇ। ਕਹਿੰਦਾ ਕਿਹੜਾ ਸਮਾਨ? ਉਹ ਕਹਿਣ ਲੱਗੇ ਜਿਹੜਾ ਤੈਨੂੰ ਸੋਨਾ ਚਾਂਦੀ ਦਿੱਤਾ ਸੀ। ਉਹ ਕਹਿਣ ਲੱਗਾ ਮੈਂ ਉਹ ਦੇਖਿਆ ਵੀ ਉਹ ਗਰੀਬ ਆ ਮਾਤਾ, ਘਰ ਕੁਛ ਵੀ ਨਹੀਂ ਮਿਲਿਆ, ਇਹਨੂੰ ਲੋੜ ਹੈ ਤੇ ਮੈਂ ਉੱਥੇ ਰੱਖ ਕੇ। ਉਹ ਬੁਰਾ ਨਹੀਂ ਕਰ ਸਕਦਾ, ਭਾਵੇਂ ਚੋਰਾਂ ਨਾਲ ਵੀ ਚਲੇ ਜਾਵੇ ਨਾ, ਉਹਨੇ ਚੰਗਾ ਹੀ ਕਰਨਾ। ਤੇ ਸਾਹਿਬ ਮਹਾਰਾਜ ਜੀ ਇੱਥੇ ਕਹਿ ਰਹੇ ਆ, ਕਹਿੰਦੇ ਭਾਈ ਬ੍ਰਹਮ ਗਿਆਨੀ ਜਿਹੜਾ ਹੈ ਉਹ ਨਿਰਮਲ ਹੈ, ਉਹ ਕਦੇ ਵੀ ਬੁਰਾ ਨਹੀਂ ਕਰਦਾ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਿਆ, ਬ੍ਰਹਮ ਗਿਆਨੀ ਸਦਾ ਸਮ, ਸਮ ਕਹਿੰਦੇ ਬਰਾਬਰ, ਸਮਦਰਸੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਹਦੀ ਨਜ਼ਰ ਤੋਂ ਹਮੇਸ਼ਾ ਅੰਮ੍ਰਿਤ ਹੀ ਵਰਖਦਾ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਉਹ ਬੰਧਨਾਂ ਤੋਂ ਮੁਕਤ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਉਹਦੀ ਜਿਹੜੀ ਜੀਵਨ ਦੀ ਜੁਗਤ ਹੈ ਪਵਿੱਤਰ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਇਹਦਾ ਮਤਲਬ ਇਹ ਨਹੀਂ ਕਿ ਰੋਟੀ ਨਹੀਂ ਖਾਂਦਾ, ਮਤਲਬ ਆਤਮਿਕ ਭੋਜਨ ਜਿਹੜਾ ਪ੍ਰਮਾਤਮਾ ਦਾ ਗਿਆਨ ਦੇ ਨਾਲ ਉਹਦੀ ਭੁੱਖ ਨਿਕਲ ਜਾਂਦੀ। ਜਿਨ੍ਹਾਂ ਨੂੰ ਲੱਗ ਜਾਂਦੀ ਨਾ ਭੁੱਖ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖ ਹੈ ਖਾਏ ਚਲੀ। ਇਹ ਪੇਟ ਦੀ ਭੁੱਖ ਤਾਂ ਭਾਵੇਂ 2 ਰੋਟੀਆਂ ਖਾ ਲਏਗਾ, 4 ਖਾ ਲਏਗਾ, ਤੇ ਇਹ ਭੁੱਖ ਨਹੀਂ ਮਿਟਦੀ। ਤੇ ਗੁਰੂ ਮਹਾਰਾਜ ਕਹਿੰਦੇ ਉਹਦੀ ਸਾਰੀ ਤਰ੍ਹਾਂ ਦੀ ਭੁੱਖ ਖਤਮ ਹੋ ਜਾਂਦੀ, ਉਹਦਾ ਭੋਜਨ ਹੀ ਗਿਆਨ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਤੇ ਉਹਦੀ ਜਿਹੜੀ ਸੁਰਤ ਹੈ ਹਮੇਸ਼ਾ ਬ੍ਰਹਮ ਦੇ ਵਿੱਚ, ਪ੍ਰਮਾਤਮਾ ਦੇ ਵਿੱਚ ਜੁੜੀ ਹੈ। ਬ੍ਰਹਮ ਗਿਆਨੀ ਏਕ ਉਪਰ ਆਸ, ਉਹਦੀ ਆਸ ਇੱਕ ਪ੍ਰਮਾਤਮਾ ਤੇ ਹੈ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਉਹ ਕਦੇ ਆਤਮਕ ਮੌਤੇ ਨਹੀਂ ਮਰਦਾ। ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਇਹਦਾ ਭਾਵ ਇਹ ਨਹੀਂ ਕਿ ਉਹ ਗਰੀਬ ਹੈ, ਇੱਕ ਹੁੰਦੀ ਕੰਗਾਲਤਾ, ਇੱਕ ਹੁੰਦੀ ਗਰੀਬੀ, ਦੋਨਾਂ ਦੇ ਵਿੱਚ ਫਰਕ ਹੈ। ਇੱਕ ਅੰਦਰਲੀ ਗਰੀਬੀ ਇੱਥੇ ਜਿਹੜੀ ਬਿਆਨ ਕੀਤੀ ਗੁਰੂ ਸਾਹਿਬ ਮਹਾਰਾਜ, ਇੱਕ ਹੁੰਦੀ ਹੈ ਕੰਗਾਲਤਾ। ਤੇ ਹੁੰਦਾ ਕੋ ਸਭ ਕੁਝ ਹੁੰਦਾ, ਸੁਣਦਿਆਂ ਵੀ ਹਾਏ 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 ਮਰ ਗਏ, ਸਾਡੇ ਕੋਲ ਤਾਂ ਕੁਛ ਹੈ ਹੀ ਨਹੀਂ, ਸਾਡਾ ਤਾਂ ਕੁਛ ਹੁੰਦਾ ਹੀ ਨਹੀਂ ਪਿਆ। ਉਹ ਸਾਰੀ ਜ਼ਿੰਦਗੀ ਉਹਨਾਂ ਦੀ ਰੋਂਦਿਆਂ ਨਿਕਲਣ ਦੀ, ਭਾਵੇਂ ਬਹੁਤ ਕੁਝ ਹੋਵੇ ਉਹਨਾਂ ਦੇ ਕੋਲ। ਮੈਂ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ, ਪੰਜਾਬ ਦੇ ਵਿੱਚ ਆ ਜਿਹੜੇ ਗਰੀਬੀ ਰੇਖਾ ਦੇ ਰਾਸ਼ਨ ਵੰਡਦੇ ਆ ਨਾ, ਉਹ ਬੰਦਾ ਪਕੜਿਆ ਗਿਆ, ਇੱਕ ਰਾਸ਼ਨ ਲੈਣ ਆਇਆ ਸਕਾਰਪੀਓ ਗੱਡੀ ਤੇ। ਰਾਸ਼ਨ ਕਿਹਦਾ ਲਿਆ, ਕਾਰਡ ਕਿਹਦੇ ਬਣੇ ਸੀ? ਜਿਹੜੇ ਬੰਦੇ ਇੰਗਲੈਂਡ ਦੇ ਵਿੱਚ ਰਹਿੰਦੇ 7 ਮੈਂਬਰਾਂ ਦੇ ਰਾਸ਼ਨ ਲੈਣਾ ਹੈ। ਸਭ ਕੁਝ, ਜ਼ਮੀਨ ਵੀ ਹੈ, ਘਰ-ਬਾਰ ਵੀ ਹੈ, ਫਿਰ ਭੁੱਖਿਆ ਮੰਗਰੀ ਕਰੀ ਜਾ ਰਿਹਾ ਹੈ। ਉਹਨੂੰ ਕਹਿੰਦੇ ਕੰਗਾਲਤਾ। ਇੱਕ ਗਰੀਬੀ ਹੈ ਤੇ ਅਮੀਰੀ ਗਰੀਬੀ ਤਾਂ ਚਲੇ ਜਾਂਦੀ ਹੈ ਜੀਵਨ ਦੇ ਵਿੱਚ, ਪਰ ਜਿਹੜੀ ਕੰਗਾਲਤਾ ਹੈ ਉਹ ਜੀਵਨ ਦੇ ਵਿੱਚ ਬਣੀ ਰਹਿੰਦੀ ਹੈ। ਤੇ ਬ੍ਰਹਮ ਗਿਆਨੀ ਦੇ ਕੋਲ ਕਿਹੜੀ ਗਰੀਬੀ ਆ? ਉਹ ਹਿਰਦੇ ਦੀ ਗਰੀਬੀ ਹੈ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਉਮਾਹਾ ਕਹਿੰਦੇ ਉਤਸ਼ਾਹ ਹੈ, ਉਹਦੇ ਅੰਦਰ ਚਾਉ ਹੈ। ਕਾਹਦੇ ਵਾਸਤੇ? ਕਿ ਮੈਂ ਕਿਸੇ ਦਾ ਭਲਾ ਕਰਨਾ, ਨੇਕੀ ਦਾ ਕੰਮ ਕਰਨਾ, ਪਰ ਉਪਕਾਰ ਕਰ ਲਵਾਂ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਇਹਦਾ ਮਤਲਬ ਇਹ ਨਹੀਂ ਕਿ ਉਹ ਕਾਰੋਬਾਰ ਨਹੀਂ ਕਰਦਾ, ਕੰਮ ਧੰਦਾ ਨਹੀਂ ਕਰਦਾ। ਉਹ ਧੰਦਾ ਨਹੀਂ ਕਰਦਾ ਕਿ ਜਿਹਦੇ ਵਿੱਚ ਕਿਤੇ ਝੂਠ ਹੋ ਜਾਏ ਜਾਂ ਕਿਸੇ ਦਾ ਨੁਕਸਾਨ ਹੋ ਜਾਏ, ਉਹ ਕੰਮ ਨਹੀਂ ਕਰਦਾ। ਬ੍ਰਹਮ ਗਿਆਨੀ ਲੈ ਧਾਵਤ ਬੱਧਾ, ਮਨ ਜਿਹੜਾ ਦੌੜਦਾ ਨਾ ਉਹਨੂੰ ਫੜ ਕੇ ਬੰਨ੍ਹ ਲੈਂਦਾ, ਉਹਦੇ ਅੰਦਰ ਪ੍ਰਮਾਤਮਾ ਦੀ ਇੰਨੀ ਕਿਰਪਾ ਹੋ ਜਾਂਦੀ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ,
ਉਹ ਜੋ ਕਰਦਾ ਉਹਨੂੰ ਪਤਾ ਕਿ ਪ੍ਰਮਾਤਮਾ ਕਰਦਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਕਿਉਂਕਿ ਜਿੱਦਣ ਇਹ ਸਮਝਣ ਲੱਗ ਗਏ ਵੀ ਜੋ ਕਰ ਰਿਹਾ ਪਰਮਾਤਮਾ ਨੇ ਕੀਤਾ ਤੇ ਉਹ ਭਲਾ ਹੀ ਹੈ, ਸਾਡੇ ਵਾਸਤੇ ਚੰਗਾ ਹੀ ਹੈ। ਤੇ ਸਾਹਿਬ ਮਹਾਰਾਜ ਕਹਿ ਰਹੇ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸਫਲ ਫਲਾ। ਉਹਦੀ ਜ਼ਿੰਦਗੀ ਜਿਹੜੀ ਹੈ ਸਫਲ ਹੈ, ਜ਼ਿੰਦਗੀ ਦਾ ਫਲ ਪ੍ਰਾਪਤ ਕਰ ਲਿਆ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਹਾਂ, ਜਿਹੜੇ ਉਹਦਾ ਸੰਗ ਕਰਦੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਦੀ ਸੰਗਤ ਕਰਕੇ ਤੇ ਸੰਸਾਰ ਵੀ ਪ੍ਰਮਾਤਮਾ ਨੂੰ ਜਪਦਾ ਹੈ। ਬ੍ਰਹਮ ਗਿਆਨ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਾ ਏਕ ਰੰਗ। ਉਹਦਾ ਇੱਕੋ ਹੀ ਪ੍ਰੇਮ ਹੈ, ਉਹ ਹੈ ਪ੍ਰਮਾਤਮਾ ਦੇ ਨਾਲ। ਬ੍ਰਹਮ ਗਿਆਨੀ ਕਾ ਵਸੇ ਪ੍ਰਭ ਸੰਗ। ਤੇ ਉਹ ਬ੍ਰਹਮ ਗਿਆਨੀ ਦੇ ਨਾਲ ਪ੍ਰਮਾਤਮਾ ਵਸਦਾ ਹੈ। ਬ੍ਰਹਮ ਗਿਆਨੀ ਕਾ ਨਾਮ ਆਧਾਰ। ਬ੍ਰਹਮ ਗਿਆਨੀ ਦਾ ਜਿਹੜਾ ਨਾਮ ਹੀ ਪ੍ਰਮਾਤਮਾ ਦਾ ਨਾਮ ਹੀ ਉਹਦਾ ਸਹਾਰਾ ਹੈ। ਬ੍ਰਹਮ ਗਿਆਨੀ ਕਾ ਨਾਮ ਪਰਿਵਾਰ। ਇਹ ਨਹੀਂ ਕਿ ਉਹਦੇ ਬੱਚੇ ਨਹੀਂ ਹਨ, ਉਹਦਾ ਪਰਿਵਾਰ ਨਹੀਂ ਹੈ। ਹਾਂ, ਉਹ ਪਰਿਵਾਰ ਦੇ ਵਿੱਚ ਗਲਤਾਨ ਨਹੀਂ ਹੁੰਦਾ। ਪਰਿਵਾਰ ਕੀ, ਲੋਕ ਪਰਿਵਾਰ ਨੂੰ ਸਭ ਕੁਝ ਸਮਝਦੇ, ਰੱਬ ਨੂੰ ਭੁੱਲ ਜਾਂਦੇ ਆ। ਸਤਿਗੁਰ ਨੇ ਕਿਹਾ ਰਹਿਣਾ ਪਰਿਵਾਰ ਦੇ ਵਿੱਚ ਹੈ ਤੇ ਪਰਿਵਾਰ ਵਿੱਚ ਰਹਿ ਕੇ ਨਿਰੰਕਾਰ ਪ੍ਰਮਾਤਮਾ ਦੀ ਭਗਤੀ ਕਰਨੀ ਹੈ। ਤੇ ਸਾਹਿਬ ਮਹਾਰਾਜ ਕਹਿੰਦੇ ਆ ਪਰਿਵਾਰ ਉਹਦੇ ਵਾਸਤੇ ਤਾਂ ਫਿਰ ਪ੍ਰਮਾਤਮਾ ਦਾ ਨਾਮ ਹੀ ਪਰਿਵਾਰ ਹੈ। ਉੱਥੋਂ ਉੱਪਰ ਉੱਠ ਜਾਂਦਾ ਹੈ, ਰਹਿੰਦਾ ਪਰਿਵਾਰ ਦੇ ਵਿੱਚ, ਆਪਣੇ ਫਰਜ਼ ਵੀ ਨਿਭਾਉਂਦਾ ਹੈ। ਬ੍ਰਹਮ ਗਿਆਨੀ ਕਾ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਹੁਣ ਇਹਦਾ ਮਤਲਬ ਇਹ ਨਹੀਂ ਕਿ ਬ੍ਰਹਮ ਗਿਆਨੀ ਸੌਂਦਾ ਨਹੀਂ ਹੈ, ਸਦਾ ਸਦ ਜਾਗਤ। ਗੁਰੂ ਪਿਆਰਿਓ, ਤਿੰਨ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ, ਇੱਕ ਖੁਰਾਕ, ਇੱਕ ਕਸਰਤ ਤੇ ਇੱਕ ਨੀਂਦਰ। ਤੁਸੀਂ ਇਹ ਨਹੀਂ ਕਰੋਗੇ ਤੇ ਤੁਹਾਡਾ ਸਰੀਰ ਬਿਲਕੁਲ ਹੀ ਬਰਬਾਦ ਹੋ ਜਾਏਗਾ। ਤੇ ਖਾਣਾ ਵੀ ਉਹਨਾਂ ਕੀ ਹੈ, ਅਲਪਹਾਰ ਸੁਲਪ ਸੀ ਨਿੰਦਰਾ ਦਿਆ ਸਿਮਾ ਤਨ ਪ੍ਰੀਤ। ਤੇ ਉਹ ਖਾਣਾ ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਏ ਮਨ ਮੇ ਚਲੇ ਬਕਾਰ। ਤੇ ਜੇ ਉਹਨੂੰ ਖਾਦੇ ਨੂੰ ਪਚਾਇਆ ਕੋਈ ਨਹੀਂ, ਕਸਰਤ ਨਹੀਂ ਕੀਤੀ, ਐਕਸਰਸਾਈਜ਼ ਨਹੀਂ ਕੀਤੀ ਤੇ ਫਿਰ ਨੀਂਦਰ ਵੀ ਨਹੀਂ ਲਈ ਤੇ ਉਹਦੇ ਨਾਲ ਵੀ ਸਰੀਰ ਬੰਦੇ ਦਾ ਜਲਦੀ ਖਰਾਬ ਹੋ ਜਾਂਦਾ ਹੈ। ਇਹ ਤਿੰਨ ਚੀਜ਼ਾਂ ਜਿਹੜੀਆਂ ਜੀਵਨ ਦੇ ਵਿੱਚ ਹੋਣੀਆਂ ਜ਼ਰੂਰੀ ਹੈ। ਸੌਣਾ ਵੀ ਬਹੁਤ ਜ਼ਰੂਰੀ ਹੈ। ਤੇ ਜੇ ਸਰੀਰ ਹੀ ਠੀਕ ਨਹੀਂ ਤੇ ਪ੍ਰਮਾਤਮਾ ਦੀ ਭਗਤੀ ਵੀ ਮਨੁੱਖ ਕੀ ਕਰੇਗਾ, ਕਿੱਦਾਂ ਜੁੜੇਗਾ। ਤੇ ਉਹ ਜਿਹੜਾ ਹੈ ਬ੍ਰਹਮ ਗਿਆਨੀ, ਜਿਹੜਾ ਜਾਗਦਾ, ਕਿੱਥੋਂ ਜਾਗਦਾ? ਮਨ ਕਰਕੇ ਜਾਗ ਰਿਹਾ, ਸੌਂਦਾ ਨਹੀਂ ਹੈ। ਉਹ ਅੰਦਰਲੇ ਨੂੰ ਜਗਾ ਲੈਂਦਾ ਹੈ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਉਹ ਸਮਝਾਉਂਦਾ ਹੈ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ। ਉਹ ਹਮੇਸ਼ਾ ਜਾਗਰਤ ਅਵਸਥਾ। ਜਿੱਦਾਂ ਕਈ ਲੋਕ ਸੁੱਤੇ ਰਹਿ ਜਾਂਦੇ ਆ। ਚੋਰੀ ਕਦੋਂ ਹੁੰਦੀ ਹੈ? ਜਦੋਂ ਬੰਦਾ ਸੁੱਤਾ ਹੀ ਰਹਿ ਜਾਂਦਾ ਹੈ। ਅਸੀਂ ਜਾਗ ਗਏ ਸੀ, ਫਿਰ ਚੋਰ ਭੱਜ ਗਏ। ਜੋ ਜਾਗਤ ਹੈ ਸੋ ਪਾਵਤ ਹੈ, ਜੋ ਸੋਵਤ ਹੈ ਸੋ ਖੋਵਤ ਹੈ। ਤੇ ਇਹ ਜੀਵਨ ਦੇ ਵਿੱਚ, ਜਿਹੜੇ ਜੀਵਨ ਦੇ ਵਿੱਚ ਪ੍ਰਾਪਤੀ ਕਰ ਲੈਂਦੇ ਆ ਆਤਮਿਕ ਤੌਰ ਤੇ, ਉਹਨਾਂ ਦੇ ਅੰਦਰ ਜਿਹੜੇ ਵਿਕਾਰ ਜਿਹੜੇ ਆ, ਉਹਨਾਂ ਦੇ ਅੰਦਰ ਚੋਰੀ ਨਹੀਂ ਕਰ ਸਕਦੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਤੇ ਸਤਿਗੁਰ ਕਹਿੰਦੇ ਕਰਦੇ ਕਿ ਅੰਮ੍ਰਿਤ ਲੁੱਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਉਹ ਅੰਦਰ ਚੋਰੀ ਕਰੀ ਜਾਂਦੇ, ਸਾਨੂੰ ਪਤਾ ਨਹੀਂ। ਜਿਹੜੇ ਜਾਗਦਾ ਉਹਨੂੰ ਪਤਾ ਲੱਗ ਗਿਆ ਵੀ ਇਹ ਕਾਮ ਮੇਰੇ ਉੱਪਰ ਹਾਵੀ ਹੋ ਗਿਆ, ਕ੍ਰੋਧ ਹਾਵੀ ਹੋ ਗਿਆ, ਤੇ ਉਹ ਫਿਰ ਜਾਗਦਾ ਹੈ। ਤੇ ਬ੍ਰਹਮ ਗਿਆਨੀ ਜਾਗਦਾ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਬ੍ਰਹਮ ਗਿਆਨੀ ਆਹਮ ਬੁੱਧ ਤਿਆਗਤ। ਉਹ ਆਪਣੇ ਹੰਕਾਰ ਨੂੰ ਤਿਆਗ ਦਿੰਦਾ ਹੈ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਪਰਮਾਨੰਦ ਅਕਾਲ ਪੁਰਖ ਵਸਦਾ ਹੈ। ਬ੍ਰਹਮ ਗਿਆਨੀ ਕੈ ਘਰ। ਉਹਦੇ ਹਿਰਦੇ ਘਰ ਦੇ ਵਿੱਚ ਸਦਾ ਆਨੰਦ, ਹਮੇਸ਼ਾ ਹੀ ਆਨੰਦ ਬਣਿਆ ਰਹਿੰਦਾ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਉਹ ਆਤਮਿਕ ਟੋਲਤਾ ਦੇ ਵਿੱਚ, ਸੁਖ ਦੇ ਵਿੱਚ ਉਹਦਾ ਹਮੇਸ਼ਾ ਨਿਵਾਸ ਰਹਿੰਦਾ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਉਹਦਾ ਕਦੇ ਵੀ ਵਿਨਾਸ਼ ਨਹੀਂ, ਉਹ ਹਮੇਸ਼ਾ ਸੰਸਾਰ ਦੇ ਵਿੱਚ ਜੀਵਤ ਰਹਿੰਦਾ ਹੈ। ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ। ਵੇਤਾ ਕਹਿੰਦੇ ਮਹਿਰਮ ਹੈ, ਬ੍ਰਹਮ ਦਾ ਮਹਿਰਮ ਹੈ। ਬ੍ਰਹਮ ਗਿਆਨੀ ਏਕ ਸੰਗ ਹੇਤਾ। ਹੇਤ ਕਹਿੰਦੇ ਪਿਆਰ, ਉਹਦਾ ਇੱਕ ਪ੍ਰਮਾਤਮਾ ਨਾਲ ਪਿਆਰ ਹੈ। ਬ੍ਰਹਮ ਗਿਆਨੀ ਕਾ ਹੋਏ ਅਚਿੰਤ। ਉਹਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਉਹਦਾ ਜਿਹੜਾ ਜੀਵਨ ਦਾ ਮੰਤਰ ਹੈ ਉਹ ਵੀ ਪਵਿੱਤਰ ਹੈ।
ब्रह्म ज्ञानी जिस करे प्रभ आप। ब्रह्म ज्ञानी वो है जिन्हों परमात्मा बनाउंदा है, किसी डेरे का ब्रह्म ज्ञानी नहीं इत्थे गल कीती। ब्रह्म ज्ञानी वो जिस करे प्रभ आप। ब्रह्म ज्ञानी का बड़ प्रताप, ਉਹਦਾ ਜਿਹੜਾ ਨਾਮਣਾ है वह भी दुनिया ਦੇ ਵਿੱਚ प्रसिद्ध हो जाता है। ब्रह्म ज्ञानी का दर्श बड़ भागी पाइए, बड़े भागां नाल इदां दे ब्रह्म ज्ञानी दे दर्शन होंदे आ। ब्रह्म ज्ञानी को बल बल जाइए, वो तो सदके जाना चाहिए। ब्रह्म ज्ञानी को खोजै महेश्वर, महेश्वर कहंदे शिव जी नूं, ते वो भी रब दे फिरदे कि इदां दा बंदा कोई मिल जाए, रब दे नाल जुड़िया होया, रब दा रूप मिल जाए, क्योंकि वो आप ही परमेश्वर है। नानक ब्रह्म ज्ञानी आप परमेश्वर, क्योंकि एक मिक हो गए, अंदरों खत्म हो गए भाव। आप तो जाए चढ़े सिंहासन मिले हैं सारंग पानी, राम कबीरा एक पाए हैं कोई ना सके बछानी। ते उन्हें तक भिन्नता है ना, जिन्हें तक जब हम होते तब तू ना ही, अब तू ही मैं ना। वो रब का रूप हो गया। नानक ब्रह्म ज्ञानी आप परमेश्वर, ब्रह्म ज्ञानी की कीमत ना है, उसकी कोई कीमत नहीं पाई जा सकती। ब्रह्म ज्ञानी का सगल मन माए, सब कुछ उसदे मन दे विच है। ब्रह्म ज्ञानी का कौन जाने भेद, ਉਹਦੇ ਅਸੀਂ ਭੇਦ ਨੂੰ नहीं समझ सकते। ब्रह्म ज्ञानी को सदा आदेश उन्होंने नमस्कार करनी बनती है। ब्रह्म ज्ञानी का कथया ना जाए अथाखर, अद्धा अखर भी ਉਹਦੀ सिफत विच नहीं असीं बयान कर सकते। एडी वड्डी ਉਹਦੀ परमात्मा ने शोभा बना दी है। ब्रह्म ज्ञानी सर्व का ठाकुर, वो सारियां दा मालक बन जाता है। ब्रह्म ज्ञानी की मित कौन बखाने, उसकी मर्यादा नूं कौन समझ सकता है। ब्रह्म ज्ञानी की गत ब्रह्म ज्ञानी जान। आप कह देने लो जी फलाना बंदा ब्रह्म ज्ञानी है, इत्थे गुरु साहब ने वो गल का जवाब दे दिता भी जे तू ब्रह्म ज्ञानी है तां तू दस सकदा भी ये ब्रह्म ज्ञानी। ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, ਉਹਦਾ कोई पारावार नहीं है, कोई अंत नहीं लभ्या जा सकता। इस करके सब कहते नानक ब्रह्म ज्ञानी को सदा नमस्कार। ब्रह्म ज्ञानी सब सृष्ट का करता, वो एकमिक हो गया रब ते ਉਹਦੇ ਵਿੱਚ भेद कोई नहीं है। वो भी उस ਕਰਨ ਦੇ ਵਿੱਚ ਸਮਰੱਥਾ ਉਹਦੇ ਵਿੱਚ है कि वो संसार का करता है। ब्रह्म ज्ञानी सद जीवै नहीं मरता, कदे मरदा नहीं है। आज देखो ना दुनिया कितनी चल गई, आपको लोग जात थोड़े करते हैं, पर जिन्हों ने रब नाल ब्रह्म दे नाल पहचान बना ली है वो हमेशा ही संसार दे विच है। इतिहास साडा बाबा बुढ़ा साहब जी, भाई मरदाना साहब जी, किन्ने महापुरुष साडे इतिहास दे विच हन, हमेशा जींदे आ। ब्रह्म ज्ञानी सद जीवै नहीं मरता, ब्रह्म ज्ञानी मुक्त, मुक्ति दसदा है भी मुक्त किदां होना बेकारत, जुगत जुगती दसदा है परमात्मा का सिमरन किदां करना है। जी का दाता, वो जीवां नूं दाता देंदा है, मुक्ति दसदा है, जुगती दसदा है। ब्रह्म ज्ञानी पूर्ण पुरख विधाता, विधाता कहंदे हैं करन वाला, कादर जिहड़ा परमात्मा जिहड़ा पूर्ण तौर पर वो परमात्मा ही है। ब्रह्म ज्ञानी पूर्ण पुरख विधाता, ब्रह्म ज्ञानी अनाथ का नाथ, वो नाथां दा भी अनाथां दा भी नाथ है। ब्रह्म ज्ञानी का सब ऊपर हाथ, वो सारियां दे उपर उहदा हथ है। ब्रह्म ज्ञानी का सगल आकार, उहदा सारा बनाया हुआ आकार है। ते फिर गुरु साहब ने स्पष्ट कर दिता, कहंदे ब्रह्म ज्ञानी आप निरंकार, उहदे विच भेद कोई नहीं रह गया, भिन्नता कोई नहीं रह गई। ब्रह्म ज्ञानी की शोभा, ब्रह्म ज्ञानी बने उहदी शोभा ब्रह्म ज्ञानी ही बनाउंदी है। नानक ब्रह्म ज्ञानी सर्व का धनी, धनी कहंदे मालक, वो सारियां दा मालक बन जाता है, क्योंकि ਉਹਦੇ गुणां नूं असीं बयान ही नहीं कर सकते। हुण बंदा कहे भी चमचा लैके मैं समुंदर नूं, समुंदर विच किन्ना पानी दसदे, चमचे नाल थोड़े पता लगना है। समुंदर की गहराई जिहड़ी है, समुंदर की डूंघाई जिहड़ी है, ते समुंदर का पानी चमचियां दे नाल नहीं नापिया जा सकता। हुण बंदा वैसे कह दिंदा मैं पापी हाँ, अपराधी हाँ, असीं तां जी बहुत माड़े हाँ, असीं तां भुलणहार हाँ। पर एक दिन बंदा ना जीवन दे विच ये कर ले भी मैं अज सारा दिन झूठ नहीं बोलना, अज मैं सारा दिन किसी का दिल नहीं दिखाना, अज मैं चोरी नहीं करनी, अज मैं आह काम नहीं कर, जो मतलब बुरा काम नूं छड्ड के देखे, फर्क पेगा।
ਬੰਦਾ ਕਹਿੰਦਾ ਇੱਕ ਦਿਨ 'ਚ ਕਿੱਦਾਂ ਫਰਕ ਪੈ ਸਕਦਾ ਹੈ। ਇੱਕ ਚੋਰ ਸੀ, ਚੋਰੀ ਕਰਕੇ ਭੱਜਿਆ। ਹੁਣ ਪਿੱਛੇ ਪਿੰਡ ਦੇ ਲੋਕ ਉਹਦੇ ਮਗਰ ਮਗਰ ਭੱਜੇ, ਜਾ ਕੇ ਉਹਨੇ ਨਹਿਰ ਵਿੱਚ ਛਾਲ ਮਾਰਤੀ, ਨਦੀ ਵਿੱਚ ਛਾਲ ਮਾਰ ਦਿੱਤੀ। ਨਹਾ ਧੋ ਕੇ ਕੱਪੜੇ ਉਤਾਰ ਕੇ ਬਾਹਰ ਆਇਆ। ਬਾਹਰ ਆ ਕੇ ਉੱਥੇ ਰਾਖ ਪਈ ਸੀ, ਪੂਰੇ ਸਰੀਰ ਨੂੰ ਮਲ ਲਈ, ਚੌਂਕੜਾ ਮਾਰ ਕੇ ਬਹਿ ਗਿਆ। ਤੇ ਜਿਹੜਾ ਆਵੇ ਹੁਣ ਮੱਥਾ ਟੇਕੇ, ਜਿਹੜਾ ਆਵੇ ਮੱਥਾ ਟੇਕੇ। ਵੀ ਕਿੰਨਾ ਸਨਮਾਨ ਲੋਕੀ ਕਰਦੇ। ਹਾਲੇ ਤਾਂ ਮੈਂ ਪਖੰਡੇ ਕਰ ਰਿਹਾ, ਫਿਰ ਵੀ ਇਹਨਾਂ ਲੋਕੀ ਸਨਮਾਨ ਕਰਦੇ ਆ। ਜਿੱਦਣ ਮੈਂ ਦਿਲੋਂ ਕਰਾਂਗਾ ਪ੍ਰਮਾਤਮਾ ਦੀ ਭਗਤੀ, ਫਿਰ ਕਿੰਨਾ ਸਨਮਾਨ ਹੋਏਗਾ, ਕਿੰਨਾ ਸਤਿਕਾਰ ਪ੍ਰਮਾਤਮਾ ਕਰੇਗਾ। ਤੇ ਉਹ ਪ੍ਰਮਾਤਮਾ ਹੀ ਸਭ ਕੁਝ ਹੈ। ਤੇ ਗੁਰੂ ਸਾਹਿਬ ਨੇ ਲੱਛਣ ਦੱਸੇ, ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ। ਫਿਰ ਹੋਰ ਦੂਸਰੇ ਵੱਲ ਝਾਕ ਨਹੀਂ ਹੈ ਕਿ ਇੱਥੋਂ ਮਿਲ ਜਾਏਗਾ, ਇੱਥੋਂ ਮਿਲ ਜਾਏਗਾ, ਜਾਂ ਅਵਰ ਨਾ ਪੇਖੇ ਏਕਸ ਬਿਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋ। ਉਹ ਇੱਕ ਪ੍ਰਮਾਤਮਾ ਤੇ ਆਸ ਰੱਖਦਾ ਹੈ। ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਆ। ਬਾਣੀ ਦੇ ਵਿੱਚ ਬਹੁਤ ਗੁਰੂ ਮਹਾਰਾਜ ਨੇ ਗੁੰਝੀਆਂ ਰਮਜਾਂ ਜਿਹੜੀਆਂ ਸੁਖਮਨੀ ਸਾਹਿਬ ਦੇ ਵਿੱਚ ਬਖਸ਼ਿਸ਼ ਕੀਤੀਆਂ ਹਨ। ਵੱਖਰੀ ਗੱਲ ਹੈ, ਬਹੁਤ ਮੁਬਾਰਕ ਹੈ ਜਿਹੜੇ ਸੁਖਮਨੀ ਸਾਹਿਬ ਨੂੰ ਪੜ੍ਹਦੇ ਆ, ਜਿਨ੍ਹਾਂ ਦੇ ਹਿਰਦੇ ਵਿੱਚ ਸੁਖਮਨੀ ਦਾ ਵਿਸ਼ਰਾਮ ਹੈ, ਬਾਣੀ ਨੂੰ ਟਿਕਾਇਆ ਹੋਇਆ ਹੈ। ਪਰ ਐਸੇ ਵੀ ਤੁਹਾਨੂੰ ਲੋਕ ਮਿਲਣਗੇ ਜਿਹੜੇ ਸਿਰਫ ਗਿਣਤੀਆਂ ਦੇ ਪਾਠ ਕਰਦੇ। ਅੱਜ 5 ਪਾਠ ਕਰਨੇ ਸੁਖਮਨੀ, ਉਹਦੇ ਵਿੱਚ ਕਿੰਨਾ ਕੁ ਟਿਕਾਊ ਆ ਸਕਦਾ ਹੈ। ਕਿੰਨੀ ਏਦਾਂ ਲੱਗਦਾ ਕਿ ਇੱਕ ਇੱਕ ਅੱਖਰ ਦੇ ਵਿੱਚ ਕਿੰਨੀ ਗੁਰੂ ਸਾਹਿਬ ਨੇ ਤਾਕਤ ਬਣਾ ਕੇ ਰੱਖੀ ਹੈ। ਕਿੰਨੀ ਬਾਣੀ ਗੁਰੂ ਮਹਾਰਾਜ ਜੀ ਉਪਦੇਸ਼, ਇੱਕ ਇੱਕ ਪੰਕਤੀ ਦੇ ਵਿੱਚ ਉਪਦੇਸ਼ ਹੈ ਗੁਰੂ ਮਹਾਰਾਜ ਦਾ। ਜੇ ਅਸੀਂ ਇਹਨੂੰ ਨਾਲ ਨਾਲ ਸਮਝੀਏ, ਆਪਣੇ ਆਪ ਹੀ ਸੁੱਖਾਂ ਦੀ ਮਣੀ ਬਣ ਜਾਏਗੀ। ਸੁੱਖ ਹੀ ਸੁੱਖ ਜੀਵਨ ਦੇ ਵਿੱਚ ਆਉਣਗੇ ਜਿੱਦਣ ਇਹ ਗੱਲਾਂ ਨੂੰ ਜੀਵਨ ਵਿੱਚ ਅਸੀਂ ਧਾਰਨ ਕਰ ਲੈਂਦੇ। ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਆਪ ਜੀ ਇਸੇ ਤਰ੍ਹਾਂ ਗੁਰੂ ਮਹਾਰਾਜ ਤੁਹਾਡੇ ਤੇ ਰਹਿਮਤਾਂ ਭਰਿਆਤ ਰੱਖੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।